वेल गुड मॉर्निंग क्लास 9 क्लास 9 2.4 तक एक्सरसाइज 2.4 तक ਅਸੀਂ ਮੈਥਸ ਦਾ ਜੋ ਵਰਕ ਹੈ ਉਹ ਕੰਮ ਕਰ ਚੁੱਕੇ ਹਾਂ 2.4 ਦੀ ਹੋ ਸਕਦਾ ਤੁਹਾਨੂੰ ਕੋਈ ਦਿੱਕਤ ਹੋਏ ਅਗਰ ਦਿੱਕਤ ਤੁਹਾਨੂੰ ਲੱਗ ਰਹੀ ਹੈ ਉਹਦੇ NCERT ਸੋਲੂਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਫਿਰ ਵੀ ਕੋਈ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਵੀ ਮੈਂ ਇੱਕ ਵੀਡੀਓ ਪ੍ਰਪੇਅਰ ਕਰਾਂਗਾ ਪਹਿਲਾਂ ਮੈਨੂੰ ਕਨਫਰਮ ਹੋ ਜਾਏਗੀ ਕਾਫੀ ਬੱਚਿਆਂ ਨੂੰ ਅਗਰ ਦਿੱਕਤ ਆ ਰਹੀ ਹੈ ਫਿਰ ਹੀ ਮੈਂ ਉਹ ਵੀਡੀਓ ਬਣਾਵਾਂਗਾ ਅਦਰਵਾਈਜ਼ ਜਦੋਂ ਤੁਸੀਂ NCERT ਸੋਲੂਸ਼ਨ ਚੈੱਕ ਕਰੋਗੇ ਤੇ ਉਹਦੇ ਵਿੱਚ ਤੁਹਾਨੂੰ ਉਹਦੀ ਜਿਹੜੀ ਪ੍ਰੋਬਲਮਸ ਨੇ ਤੁਹਾਨੂੰ ਉਹਦੀਆਂ ਆਪਣੇ ਆਪ ਹੀ ਉਹਨਾਂ ਦਾ ਸੋਲੂਸ਼ਨਸ ਮਿਲ ਜਾਏਗਾ ਕਲੀਅਰ ਅਗਰ ਤੁਸੀਂ NCERT ਮੇਰੀ ਐਗਜ਼ਾਮਪਲਸ ਜਿਹੜੀਆਂ ਧਿਆਨ ਨਾਲ ਸੁਣੀਆਂ ਨੇ ਦੇਖੀਆਂ ਨੇ ਤੇ ਉਹਦੇ ਵਿੱਚ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਂਦੇ ਨੇ ਹੁਣ ਜਿਹੜਾ ਅਸੀਂ ਨੈਕਸਟ ਟੌਪਿਕ ਤਿਆਰ ਕਰਨ ਜਾ ਰਹੇ ਹਾਂ ਉਹ ਹੈ ਅਲਜੈਬਰਿਕ ਆਇਡੈਂਟੀਜ਼ ਅਲਜੈਬਰਿਕ ਆਇਡੈਂਟੀਜ਼ ਤੁਹਾਡੇ ਵਾਸਤੇ ਕੁਝ ਨਵਾਂ ਨਹੀਂ ਹੈ ਇਹ ਉਹੀ ਹੈ ਜਿਹੜਾ ਤੁਸੀਂ ਪਹਿਲਾਂ ਕਰ ਚੁੱਕੇ ਹੋ ਕਲਾਸ 8 ਦੇ ਵਿੱਚ ਤੁਸੀਂ ਫਾਰਮੂਲਾ ਕਰਦੇ ਹੁੰਦੇ ਸੀ ਨਾ ਜਿਹੜੀ ਫਸਟ ਆਇਡੈਂਟੀ ਹੈ ਤੁਹਾਡੇ ਕੋਲ ਬੜੀ ਪਪੂਲਰ ਹੈ a + b ਹੋਲ ਸਕੁਆਇਰ ਹੈ ਨਾ ਕੀ ਲਿਖਦੇ ਸੀ a² + 2ab + b² ਔਰ ਸੈਕਿੰਡ ਵਾਲੀ ਤੁਸੀਂ ਲਿਖਦੇ ਹੋ a - b = a² - 2ab + b²। ਇਹ ਦੋ ਆਇਡੈਂਟੀਆਂ ਨੂੰ ਤੁਸੀਂ ਬੜੀ ਅੱਛੇ ਤਰੀਕੇ ਦੇ ਨਾਲ ਸਮਝਿਆ ਹੈ ਪਹਿਲਾਂ ਕਲਾਸ 8 ਦੇ ਵਿੱਚ ਕਲੀਅਰ ਹੁਣ ਇਹਦੀ ਐਪਲੀਕੇਸ਼ਨਸ ਨੇ ਕੁਝ ਉਹ ਵੀ ਅਸੀਂ ਕੀਤੀਆਂ ਹੋਈਆਂ ਨੇ ਬਸ ਥੋੜਾ ਜਿਹਾ ਉਹਦਾ ਰਿਵਿਊ ਹੀ ਦੇ ਰਿਹਾ ਤੁਹਾਨੂੰ ਮੈਂ ਇਹਦੇ ਵਿੱਚ ਕੁਝ ਨਵੀਂ ਆਇਡੈਂਟੀਜ਼ ਆਉਣਗੀਆਂ ਦੈਟ ਵੁੱਡ ਬੀ ਵੈਰੀ ਵੈਰੀ ਇੰਪੋਰਟੈਂਟ ਐਂਡ ਵੈਰੀ ਵੈਰੀ ਯੂਜ਼ਫੁਲ ਇਨ ਦ ਐਪਲੀਕੇਸ਼ਨ ਵਾਈਲ ਯੂ ਆਰ ਫੈਕਟੋਰਾਈਜ਼ਿੰਗ ਹੈ ਨਾ ਤੋ ਪੋਲੀਨੋਮੀਅਲ ਦੇ ਕਾਫੀ ਆਪਰੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਇਹ ਹੈਲਪਫੁਲ ਹੋਣਗੀਆਂ ਇੱਕ ਹੋਰ ਆਇਡੈਂਟੀ ਤੁਸੀਂ ਜਿਹੜੀ ਕਰਦੇ ਹੋ ਉਹ ਹੈ a² - b² a - b and a + b it can be expand another is x + a and x + b clear ਹੁਣ ਦੇਖੋ ਫਸਟ ਟਰਮ ਜਿਹੜੀ ਫਸਟ ਟਰਮ ਉਹ ਸੇਮ ਹੈ ਦੂਜੀਆਂ ਦੋ ਡਿਫਰੈਂਟ ਨੇ a ਔਰ b ਹੈ ਇੱਥੇ x x x ਹੈ ਕਲੀਅਰ ਇਹਦੇ ਵਾਸਤੇ ਕੀ ਹੋਏਗਾ x² + a + b x ਕਾਮਨ ਹੋਏਗਾ ਹਾਂ a + b x is common and a into b ਬਾਈ ਦਾ ਵੇ ਇਸ ਤਰ੍ਹਾਂ ਦੇ ਕੁਐਸਚਨ ਨੂੰ ਤੁਸੀਂ ਜਿਹੜੇ ਆਇਡੈਂਟੀ ਹੁੰਦੀ ਹੈ ਇਹਨੂੰ ਤੁਸੀਂ ਨਾਰਮਲ ਦੂਸਰਾ ਮਲਟੀਪਲਾਈ ਟਰਮਸ ਨੂੰ ਜਿਹੜਾ ਮਲਟੀਪਲਾਈ ਕਰਕੇ ਕਰੀਦੇ ਉਹ ਮੈਂ ਤੁਹਾਨੂੰ ਅੱਗੇ ਦੱਸ ਦੇਣਾ ਉਹ ਵੀ ਬਿਹਤਰ ਰਹਿੰਦਾ ਉਹ ਅੱਛਾ ਰਹਿੰਦਾ ਇਹਦੇ ਨਾਲੋਂ ਜਿਵੇਂ x ਨੂੰ ਯੂਜ਼ ਕੀਤਾ ਪਹਿਲਾਂ x ਨੂੰ ਲਿਆ ਇਹਨਾਂ ਮਲਟੀਪਲਾਈ ਕੀਤਾ x + b ਔਰ +a ਨੂੰ ਲਿਆ ਫਿਰ ਇਹਨਾਂ ਮਲਟੀਪਲਾਈ ਕੀਤਾ x + b ਉਹ ਜਦੋਂ ਤੁਸੀਂ ਐਕਸਪੈਂਡ ਕਰੋਗੇ ਫਿਰ ਤੁਹਾਡੇ ਕੋਲ ਇਹੀ ਬਣ ਜਾਂਦਾ ਕਲੀਅਰ ਸੋ ਇਹ ਵੀ ਮੈਥਡ ਇੱਕ ਆਸਾਨ ਤਰੀਕਾ ਦਾ ਅਗਰ ਤੁਸੀਂ ਆਇਡੈਂਟੀ ਯੂਜ਼ ਨਹੀਂ ਕਰਨੀ ਹਾਂ ਜੇ ਲਿਖਿਆ ਪੇਪਰ ਦੇ ਵਿੱਚ ਕੁਐਸਚਨ ਦੇ ਵਿੱਚ ਕਿ ਤੁਸੀਂ ਸਪੈਸੀਫਿਕ ਆਇਡੈਂਟੀ ਹੀ ਯੂਜ਼ ਕਰਨੀ ਹੈ ਦੈਨ ਯੂਜ਼ ਦ ਆਇਡੈਂਟੀ ਓਕੇ ਬੱਚੇ ਐਗਜ਼ਾਮਪਲ ਨੰਬਰ 16 ਹੈ ਪੇਜ ਨੰਬਰ ਸਭ ਤੋਂ ਪਹਿਲਾਂ ਇਹ ਤੁਸੀਂ ਨੋਟ ਕਰ ਲਓ ਕਲੀਅਰ ਬਹੁਤ ਇੰਪੋਰਟੈਂਟ ਨੇ ਹਾਂ ਐਗਜ਼ਾਮਪਲ ਨੰਬਰ 16 ਹੈ ਐਗਜ਼ਾਮਪਲ ਨੰਬਰ 16 ਪੇਜ ਨੰਬਰ ਹੈ ਤੁਹਾਡੇ ਕੋਲ 44 ਧਿਆਨ ਦਿਓ ਇਹਦੇ ਵਿੱਚ ਉਹਨੇ ਲਿਖਿਆ ਹੈ क्वेश्चन नंबर फर्स्ट पार्ट है x + 3 एंड x + 3 ਅਸੀਂ ਦੇਖਣਾ ਇਹਨੂੰ ਆਇਡੈਂਟੀ ਨਾਲ ਯੂਜ਼ ਕਰਦੇ ਹਾਂ ਕਿ ਇਹ ਕੁਐਸਚਨ ਦਾ ਸੋਲੂਸ਼ਨ ਅਸੀਂ ਨਿਕਾਲਣਾ ਹੈ ਕਿਹੜੀ ਆਇਡੈਂਟੀ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਦੇਖੋ x + 3 x + 3 x + 3 x + 3 ਮੀਨਸ ਕੈਨ ਬੀ ਰਿਟਨ ਐਸ ਕਿਉਂਕਿ ਦੋਨੋਂ ਟਰਮਸ ਬਿਲਕੁਲ ਸੇਮ ਨੇ ਹਨਾ ਇਹਦੇ ਬ੍ਰੈਕਟ ਦੇ ਵਿੱਚ x + 3 ਹੈ ਇਹਦੇ ਵੀ x + 3 ਹੈ ਇਟ ਮੀਨਸ x + 3 ਦੀ ਪਾਵਰ 2 ਹੋਗੀ ਨਾ x + 3 ਦੀ ਪਾਵਰ 2 ਹੋ ਗਈ ਇਟ ਮੀਨਸ ਆਹ ਵਾਲੀ ਆਇਡੈਂਟੀ ਲੱਗੇਗੀ ਆਹ ਵਾਲੀ ਆਇਡੈਂਟੀ ਕਿਹੜੀ ਲੱਗੇਗੀ ਆਹ ਵਾਲੀ ਸਕੁਅਰ ਇਟ ਮੀਨਸ ਫਸਟ ਦਾ ਸਕੁਅਰ ਕਿੱਥੇ x² + 2 into ਫਸਟ ਟਰਮ ਐਂਡ ਲਾਸਟ ਟਰਮ ਠੀਕ ਹੈ ਨਾ 2ab ਦਾ ਮਤਲਬ ਕੀ ਹੈ ਫਸਟ ਟਰਮ ਐਂਡ ਲਾਸਟ ਟਰਮ ਫਸਟ ਐਂਡ ਸੈਕੰਡ ਟਰਮ 2 ਲਗਾਣਾ ਪਲੱਸ ਫਿਰ ਕੀ ਹੈ b ਦਾ ਸਕੁਅਰ b ਇੱਥੇ ਕੀ ਹੈ 3 ਦਾ ਸਕੁਅਰ ਕਰੋਗੇ ਕੀ ਬਣੇਗਾ 9 ਬਣੇਗਾ ਨਾ ਪਹਿਲਾ ਕੀ ਸੀ ਫਾਰਮੂਲਾ a ਦਾ ਸਕੁਅਰ फर्स्ट टर्म द स्क्वायर a का स्क्वायर का मतलब क्या है a का मतलब क्या है फर्स्ट टर्म द स्क्वायर फिर ना 2 into a and b फर्स्ट टर्म एंड सेकंड टर्म 2 लगा के फर्स्ट टर्म एंड सेकंड टर्म फिर लास्ट टर्म द स्क्वायर क्लियर किया आएगा x² + 2 into 3 is 6 नाल की x + 9 so this is the expansion of this okay आसान है बहुत आसान है इसी तरह का सेकंड पार्ट है ਇਹਦਾ ਸੈਕੰਡ ਪਾਰਟ ਧਿਆਨ ਦਿਓ ਹਾਂਜੀ x - 3
एंड x प्लस 3 x प्लस 5 सॉरी। हाँ जी बच्चों, हम तुम देखोगे इतने थोड़ा जिहा डिफरेंट है, इतने तुहानू कोई भी लग नहीं रहा कि इस कोई आइडेंटिटी लगनी है ना, ये कोई माइनस वाला हुण इत्थे आ देखो डिफरेंट है, ये कुछ ये वर्गा लगता है ना, एस आइडेंटिटी वर्गा लग रहा है। क्यों लग रहा है आइडेंटिटी वर्गा? क्योंकि इत्थे साडे को a है, इत्थे 3 है, इत्थे b है, इत्थे 5 है, दोनों डिफरेंट है और x x सेम है। क्लियर है? तो इनू आप इहदे वांगू लिख सकते हैं किस तरह, अगर मैं इसको लिख सकता x प्लस -3 ब्रैकेट में वखरा पा लो तो x प्लस 5। क्लियर? इत्थे कोई फर्क नहीं पड़ेगा, प्लस माइनस माइनस ही रहेगा। सो मैनू इहदे वर्गा बना लिया जी, इहदे वर्गा बना लिया तो इट मींस मैं इस तरह लिख सकदा। वो कह रहा है फर्स्ट टर्म का स्क्वायर कर दो, फर्स्ट टर्म की x है ठीक है, x स्क्वायर करता, फिर वो कह रहा है प्लस लगा दो, लगाता प्लस, फिर वो कह रहा है a एंड a प्लस b कर दो। हाँ जी, a की है देखो -3 और b की है साडे कोल, b दी की है 5, फिर नाल की कह रहा है लास्ट से x लगाना है हाँ, x तो लगाना नाल, फिर की कह रहा है a इंटू b, a का मतलब की है -3, पहले प्लस लगाना, फिर -3 एंड 5। हुण देखो ध्यान नाल बच्चे, मैं वही कीता जो फॉर्मूला कह रहा सी, पहले मैं फॉर्मूले नूं पहले ये चीज़ मैं पूरा इहदे वर्गा बनाया। क्लियर? x प्लस a सी x प्लस a बना लिया, ठीक है, x प्लस b सी x प्लस b अपने को बनया हुआ ऑलरेडी। हुण इनू मैं इहदे नाल एक्सपैंड करना सी, पहले दा स्क्वायर कीता, x दा स्क्वायर आ गया, फिर वो कह रहा है प्लस लगाओ, मैं प्लस लगाता, फिर वो ब्रैकेट शुरू की, ब्रैकेट शुरू हो गई, फिर a क्या हमने a की वैल्यू की है -3 पुट करता, फिर प्लस है प्लस आ गया, फिर b 5 है 5 लिखता, फिर x है x आ गया, फिर प्लस है फिर प्लस आ गया, फिर a है a की वैल्यू कितनी सी -3 आ गया, b की वैल्यू की, आई होप तुहानू क्लियर है। क्लियर? सो x स्क्वायर -3 चो प्लस 5 इट इज 2 पॉजिटिव रहेगा, एंड नाल आएगा x प्लस माइनस माइनस रहेगा, क्योंकि नेगेटिव नाल पॉजिटिव मल्टीप्लाई हो जाएगा तो की होएगा नेगेटिव आंसर आएगा 15। सो दिस इज द आंसर। सो ऐसे ताड़ा एग्जाम्पल नंबर 16 सी। क्लियर है बच्चे? तो आसान नहीं, बहुत ही आसान ने, आइडेंटिटीज अगर तुम याद रखोगे तो क्वेश्चंस अपने आप होंगे। विदाउट मल्टीप्लाई वैल्यूएट एग्जाम्पल नंबर 16 देखो 70 पे नंबर 45 है शायद, पे नंबर 45 यस। सो इतने तेरे को एग्जाम्पल है, कहना इवैल्यूएट करो 105 ਨੂੰ ਮਲਟੀਪਲਾਈ ਕਰਨਾ 106 ਨਾਲ, 105 ਨੂੰ ਮਲਟੀਪਲਾਈ ਕਰਨਾ 106 ਵਿਦਆਊਟ एक्चुअल मल्टीप्लिकेशन। जो तुम मल्टीप्लाई करते हो 105 106 आ वाली मल्टीप्लाई नहीं करनी। क्लियर? उस तो बिना तुम करना। सो इतने सानू पता लगता कि अलजेब्रिक आइडेंटिटीज का की बेनिफिट है। बच्चे देखो 105 में लिख सकता 100 प्लस 5। क्लियर? इनू लिख सकते 100 प्लस 6 कितने वर्गा बन गया, इधर वर्गा बन गया। क्लियर? इनू एक्सपेंड कर दो। ठीक है? इतने x दी जगह की है 100, इतने a दी जगह की है 5, इतने b दी जगह की है 6। इहदे नाल अगर कंपेयर करोगे इट मींस फर्स्ट टर्म दा स्क्वायर करना होंदा है, फर्स्ट टर्म दा स्क्वायर करता, फिर की करना होंदा प्लस लगाना होंदा है, फिर ब्रैकेट शुरू करके a की है 5 b की है 6। हां जी, फिर की लगाना होंदा x लगाना होंदा, x दी जगह की सी 100, फिर a * b a दी जगह की सी 5 b दी जगह की है 6। क्लियर? 100 का स्क्वायर करो क्या आएगा, 2 जीरो बता दो और, ठीक है, फिर कितना आएगा 30 इंटू 100 प्लस 30। क्लियर? इनू कैलकुलेट करोगे तो तेरे को आंसर आएगा 11130। सो दिस इज आंसर। सो दिस इज हाउ द मल्टीप्लिकेशन बिकम इजी। क्लियर? यूजिंग आइडेंटिटीज। जो तो स्पीड बन जाएगी तो उदो बहुत जल्दी काम होएगा। क्लियर? So that's example number 70, page number 45. ठीक है, let's move further. Yes, another is a factorization. Yes, factorize, very very important. Factorize. हाँ जी बच्चे ध्यान दो, एग्जाम्पल नंबर 18 कह रहे हैं फैक्टराइज करो 49a स्क्वायर प्लस 17ab प्लस 25b स्क्वायर। हुण बच्चे ध्यान नाल देखो, क्वेश्चन बड़े इजी ने। हुण देखो कि इहनू कंपेयर करो, इहदे विच कोई आ सकदी है इहदे नाल। इहदे तीन टर्म्स ने 1 2 3, तीन टर्म्स किहदी किहदियां ने 1 2 3, इहदे भी तीन टर्म्स ने, इहदे भी तीन टर्म्स ने, इहदे भी तीन टर्म्स ने। पर तुहानू क्लियर इत्थे सारे पॉजिटिव साइन है,
सारे पॉजिटिव साइन है, पॉजिटिव साइन या तो इत्थे आ रहा है तो ਜਾਂ ਇੱਥੇ आ रहे हैं। क्लियर, ਇਹ तो दूसरी है ना फैक्टराइज, तो ਇੱਥੇ आ रहे हैं। क्लियर, ਇਹ पॉसिबल ਇਹਦੀ ਜ਼ਿਆਦਾ ਪੋਸਿਬਿਲਿਟੀ ਜ਼ਿਆਦਾ ਬਣਦੀ ਪਈ ਹੈ। ਕਿਉਂ ਬਣਦੀ ਪਈ ਹੈ? ਕਿਉਂਕਿ ਇੱਥੇ ਵੀ ਸਕੁਅਰ ਆ ਰਿਹਾ, ਲਾਸਟ ਤੇ ਵੀ ਸਕੁਅਰ ਹੈ, ਇੱਥੇ ਵੀ ਸਕੁਅਰ ਹੈ ਤੇ ਇੱਥੇ ਵੀ ਸਕੁਅਰ ਹੈ ਨਾ। ਸੋ ਇਹ ਜ਼ਿਆਦਾ ਕਰੀਬ ਕਿਤੇ ਲੱਗਦੀ ਪਈ ਹੈ, ਇਹਦੇ ਕਰੀਬ ਲੱਗਦੀ ਪਈ ਹੈ, ਇਹਦੇ ਇਕੁਇਵਲੈਂਟ ਲੱਗਦੀ ਪਈ ਹੈ ਇਹਦੇ। ਆਪਾਂ ਚੈੱਕ ਕਰਾਂਗੇ ਬਾਅਦ ਚ, ਕਿਉਂਕਿ ਇੱਥੇ ਵੀ ਸਕੁਅਰ ਆ ਰਿਹਾ, ਇੱਥੇ ਵੀ ਸਕੁਅਰ ਆ ਰਿਹਾ, ਇੱਥੇ ਵੀ ਸਕੁਅਰ ਆ ਰਿਹਾ ਲਾਸਟ ਟਰਮ ਤੇ ਇੱਥੇ ਵੀ ਸਕੁਅਰ ਆ ਰਿਹਾ। ਕਲੀਅਰ, ਸੋ ਵਿਚਲੀ ਅਸੀਂ ਮੋਲਡ ਕਰ ਸਕਦੇ ਹਾਂ ਉਸ ਤਰੀਕੇ ਦੇ ਨਾਲ। ਚਲੋ ਚੈੱਕ ਕਰਦੇ ਹਾਂ। We know that 49 can be written as 7 square, 7 7s are 49, तो 7a square ਨੂੰ ਆਪਾਂ ਇਕੱਠਾ ਲਿਖ ਸਕਦੇ ਹਾਂ। ਕਲੀਅਰ, ਪਲੱਸ ਦਾ ਸਾਈਨ, ਇਹਦੀ ਮੈਂ ਜਗ੍ਹਾ ਛੱਡੀ। ਇੱਥੇ 25 ਕਿਹਦਾ ਹੁੰਦਾ ਬੱਚੇ ਸਕੁਅਰ, 5 ਦਾ ਸਕੁਅਰ, तो 5b ਸਕੁਅਰ ਲਿਖ ਸਕਦੇ ਹਾਂ। ਇਕੱਠਾ ਲਿਖ ਲਿਆ ਦੋਨਾਂ ਨਾਲ, ਬ੍ਰੈਕਟ ਖੋਲੋਗੇ ਤੇ ਸੈਪਰੇਟ ਹੋ ਸਕਦਾ। ਉਸ ਤੋਂ ਬਾਅਦ ਅਸੀਂ ਇਹਨੂੰ ਬਣਾਉਣਾ ਹੈ 70, ਇਹਨੂੰ 70ab ਨੂੰ ਅਸੀਂ ਕਿਹਦੇ ਇਕੁਅਲ ਲਿਖਣਾ ਚਾਹੁੰਦੇ ਹਾਂ? 70ab ਨੂੰ ਅਸੀਂ 2 into ab ਦੇ ਇਕੁਅਲ ਲਿਖਣਾ ਚਾਹੁੰਦੇ ਹਾਂ। 2ab 70ab ਦੀ ਕਿਹਦੇ ਇਕੁਅਲ ਲਿਖਣਾ ਚਾਹੁੰਦੇ ਹਾਂ? 2ab। ਕਲੀਅਰ ਹੈ, 2ab ਲਿਖਣਾ ਚਾਹੁੰਦੇ ਹਾਂ। ਠੀਕ ਹੈ, 70 ਨੂੰ ਅਗਰ ਮੈਂ 2 ਨਾਲ ਡਿਵਾਈਡ ਕਰਾਂ, 70 ਨੂੰ ਅਗਰ 2 ਨਾਲ ਡਿਵਾਈਡ ਕਰਾਂ ਨਾ, ਤੇ ਇੱਥੇ a ਤੇ b ਕਿੰਨਾ ਪਹਿਲਾਂ ਦੇ ਲਓ। a b ਚੈੱਕ ਕਰੋ, a ਦੀ ਜਗ੍ਹਾ ਕਿੰਨਾ ਹੈਗਾ ਤੁਹਾਡੇ ਕੋਲ? 7a। ਕਲੀਅਰ, ਇੱਥੇ 7a ਪੁੱਟ ਕਰਕੇ ਦੇਖੋ, 7a ਲਿਖ ਸਕਦੇ ਹੋ। ਕਲੀਅਰ, ਇੱਥੇ ਕਿੰਨਾ 5b, ਇਹਦੀ ਜਗ੍ਹਾ 5b ਲਿਖ ਕੇ ਦੇਖੋ, 5b। ਹੁਣ ਸਾਰਿਆਂ ਨੂੰ ਮਲਟੀਪਲਾਈ ਕਰਕੇ ਦੇਖੋ, 70ab ਬਣਦਾ 2 7 ਦਾ 14, 14 5 ਦਾ 45 ਦਾ 70। ਠੀਕ ਹੈ, 45 ਦਾ 70। ਸੋ ਕੰਡੀਸ਼ਨ ਸੈਟੀਸਫਾਈਡ। ਇਟ ਮੀਨਸ ਇਹਨੂੰ ਅਸੀਂ ਬ੍ਰੇਕ ਕਰਕੇ ਲਿਖ ਸਕਦੇ ਹਾਂ 2 ਮਲਟੀਪਲਾਈ ਬਾय 7a ਐਂਡ 5b। ਦੇਖੋ 7a ਇੱਥੇ ਹੈਗਾ, 5b ਇੱਥੇ ਹੋਗਾ, ਇੱਥੇ ਹੁੰਦੇ ਨਾ ab, ab ਕਿੱਥੋਂ ਹੁੰਦਾ? ਇਹ ab। ਕਲੀਅਰ ਹੈ, तो क्या है ਤੁਹਾਡੇ ਕੋਲ 70ab। सो दिस इज सिमिलर टू दिस, कोई डाउट नहीं रह गया। ਇਹ ਚੀਜ਼ ਨੂੰ ਮੈਂ ਇਸ ਤਰੀਕੇ ਨਾਲ ਲਿਖ ਲਿਆ। ਜੇ ਮੈਂ ਇਸ ਤਰੀਕੇ ਨਾਲ ਲਿਖ ਲਿਆ ਤੇ ਇਟ ਮੀਨਸ ਇਹਨੂੰ ਮੈਂ ਇਸ ਤਰੀਕੇ ਨਾਲ ਲਿਖ ਸਕਦਾ, ਕਿਉਂਕਿ ਇਹ ਚੀਜ਼ ਇਹਦੇ ਇਕੁਅਲ ਹੈ। ਇਟ ਮੀਨਸ ਅਸੀਂ ਫਰਸਟ ਟਰਮ ਚੁੱਕਾਂਗੇ 7a, ਇਧਰ ਚੁੱਕਾਂਗੇ ਲਾਸਟ ਟਰਮ 5b, ਇਹਦਾ ਕਰ ਦਾਂਗੇ ਹੋਲ ਸਕੁਅਰ। ਕਲੀਅਰ, ਇਹਦਾ ਕਰ ਦਾਂਗੇ ਹੋਲ ਸਕੁਅਰ। ਸੋ ਦਿਸ ਇਜ਼ योर आंसर। अगर इनू अगे एक्सपैंड करना चाहते हो, एक्सपैंड कर सकते हो। 7a + 5b, 7a + 5b। अगर कंप्लीट फैक्टराइजेशन करना है तो इनू 2 टाइम लिख लांगे। आई होप बच्चे तुम्हें चीज समझ लगी हुई है किस तरह बनया। यह किदे इक्वल है? 2ab दे। सो इनू ब्रेक करके लिखा है। दोबारा वीडियो देखोगे तुहानू होर समझ लग जाएगी। क्लियर, अगर तुहानू कोई दिक्कत आए। हुण देखो इहदे अगला पार्ट एक होर, नेक्स्ट ਇਹਦਾ एक पार्ट है एग्जाम्पल नंबर 18 ਦਾ सेकंड पार्ट। ਇਹਦੇ ਵਿੱਚ ਕਹਿ ਰਿਹਾ 25/4x² - y² / 9। ਹਾਂਜੀ ਬੱਚੇ ਦੇਖੋ ਇਹ ਚ ਸਿਰਫ 2 ਹੀ ਟਰਮਸ ਨੇ। 2 ਟਰਮਸ ਕਿੱਥੇ ਨੇ? 2 ਟਰਮਸ ਇੱਥੇ ਨੇ। ਇੱਥੇ ਵੀ ਸਕੁਅਰ ਆ ਰਿਹਾ, 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 ਇੱਥੇ ਮਾਈਨਸ ਹੈ, ਇੱਥੇ ਮਾਈਨਸ ਹੈ। इट मीनस इस तरह आप लिख सकते हैं। इनू किस तरह लिख सकते हैं? इस तरीके से लिख सकते हैं। आप इनू कंप्लीट इस तरीके से बनाइए। इनू मैं 5 का स्केयर लिख सकता, इनू मैं 2 का स्केयर लिख सकता। स्केयर कॉमन पा लो, 5 का स्केयर करांगे 25, 2 का स्केयर करांगे 4, x का स्केयर करांगे x²। क्लियर, सिमिलरली इनू लिख सकते हैं y/3 का स्क्वायर, क्योंकि 3 का स्केयर करोगे तो क्या बनेगा 9। सो दिस इज नाउ कंप्लीटली लाइक दिस। अगर इस तरीके ना फिर आप इस तरह लिख सकते हैं, इस तरह लिख सकते हैं। इट मींस फर्स्ट टर्म को लिखना चलो 5/2x ना की माइनस फिर की b की जगह की y/3। ठीक है बच्चे, फिर उस तो बाद की है a की जगह की है 5/2x फिर प्लस द साइन फिर y/3। so this is complete factorization using this identity। identity number 2 is used here। so simple। clear, so yes, another very important identity, identity number 5, फिफ्थ आइडेंटिटी है। 4 आइडेंटिटीज आप कीतियां, एक फिफ्थ आइडेंटिटी है वो साडे कोल है।
अगर ਤੁਹਾਡੇ ਕੋਲ 3 ਟਰਮਸ ਦਾ ਸਕੁਅਰ ਆ ਜੇ, ਹੁਣ ਟਰਮਸ ਕਿੰਨੀਆਂ ਨੇ? 3 ਟਰਮਸ ਨੇ, x y z, ਇਹਦੀਆਂ 3 ਟਰਮਸ ਨੇ और ਇਹਨਾਂ ਦਾ ਸਕੁਅਰ ਕਰਨਾ ਹੈ ਤੇ ਕੀ ਹੋਏਗਾ ਬੱਚੇ? ਬਹੁਤ ਹੀ ਆਸਾਨ ਹੈ। ਪਹਿਲਾਂ ਫਸਟ ਟਰਮ ਦਾ ਸਕੁਅਰ, ਫਿਰ ਸੈਕੰਡ ਟਰਮ ਦਾ ਸਕੁਅਰ, ਫਿਰ ਥਰਡ ਟਰਮ ਦਾ ਸਕੁਅਰ। क्लियर है? ਪਹਿਲਾਂ ਫਸਟ ਟਰਮ ਦਾ, ਫਿਰ ਸੈਕੰਡ ਦਾ, ਫਿਰ ਥਰਡ ਦਾ ਸਕੁਅਰ ਕਰ ਲਿਆ। ਫਿਰ ਉਸ ਤੋਂ ਬਾਅਦ 2 ਪਹਿਲੀਆਂ ਦੋ ਟਰਮ ਨੂੰ ਮਲਟੀਪਲਾਈ ਕਰ ਦੇਣਾ xy ਨੂੰ, क्लियर? फिर उस बाद फिर 2 लगा लो, फिर सेकंड तो थर्ड लगा लो, yz आएगा, क्लियर? फिर लास्ट और फर्स्ट लगा लो 2xz का, क्लियर? इन्हें एक सर्कल ना लिख सकते हो तुम, x y एंड z। पहले क्या आएगा? 2 टर्म xy आ गया बच्चे, फिर क्या आएगा? yz आ गया बच्चे, फिर zx आ गया बच्चे, xz लिख दिया मैं, क्लियर? तो इस सर्कल के नाल भी तुसी इनू कर सकते हो। सो दिस इज वेरी वेरी इंपॉर्टेंट आइडेंटिटी, क्लियर? ਇਹਦੇ ਨਾਲ ਇਹਦੇ ਰਿਲੇਟਡ ਇੱਕ ਕੁਐਸਚਨ ਕਰਦੇ ਆ ਆਪਾਂ। एग्जांपल नंबर 19 पेज नंबर 46, पेज नंबर 46, राइट 3a plus 4b plus 5c in expand form। एक्सपैंड बनने का मतलब की ऑब्वियस ਆਪਾਂ ਨੂੰ ਇਸ ਤਰ੍ਹਾਂ ਲਿਖਾਂਗੇ, क्लियर? सेम करना है। हाँ जी बच्चे, ਹੁਣ ਇਹਨੂੰ ਸਰਕਲ ਬਣਾ ਕੇ ਲਿਖ ਸਕਦੇ ਹੋ ਤੁਸੀਂ। ਪਹਿਲਾ ਕੀ ਟਰਮ ਹੈ? 3a, ਫਿਰ ਟਰਮ ਕਿਹੜੀ ਹੈ? 4b, ਫਿਰ ਤੁਹਾਡੇ ਕੋਲ ਕੀ ਹੈ? 5c, ਠੀਕ ਹੈ? ਇਸ ਤਰੀਕੇ ਨਾਲ ਆਪਾਂ ਤਿੰਨਾਂ ਲਿਖ ਲਿਆ, ਸਰਕਲ ਬਣਾ ਕੇ ਚੱਲਾਂਗੇ ਬਾਅਦ ਚ, क्लियर? ਹੁਣ ਇਹਨੂੰ ਐਕਸਪੈਂਡ ਕਰਨਾ ਹੈ। ਸਭ ਤੋਂ ਪਹਿਲਾਂ ਫਸਟ ਦਾ ਸਕੁਅਰ ਕਰ ਦੋਗੇ 3a ਦਾ ਸਕੁਅਰ, ਫਿਰ ਸੈਕੰਡ ਦਾ ਸਕੁਅਰ ਕਰੋਗੇ 4b ਦਾ ਸਕੁਅਰ करता, फिर थर्ड टर्म का करोगे करता, ठीक है बच्चे? फिर उसके बाद क्या करना है? 2 लगाना है, 2 लगाया, फिर सर्कल शुरू करना हम आपका, क्लियर? 3 कितना जा रहा है? 4a ना, इट मींस 3a एंड 4b, फिर 2 आया, हाँ जी, उनकी आएगा 4b 5c, हाँ जी 4b 5c, फिर क्या आएगा बच्चे? लास्ट 2 मल्टीप्लाई बाय 3a एंड 5c। सो इन्हों एक्सपैंड करके लिख लो, सोल्व कर लो, सिंप्लीफाई कर लो। की बनेगा? 9a स्क्वायर, इतने की बनेगा 16b स्क्वायर, इतने कितना बनेगा? 25c स्क्वायर, हाँ जी बच्चे, इतने की बनेगा 2 3 जा 6, 6 4 जा 24, 24 नाल की है a ते b एज इट इज आएगा। फिर उसके बाद 2 4 जा 8, 8 5 जा 40, 40 BC क्योंकि BC है। उसके बाद 3 2 जा 6, 6 5 जा 30, 30 AC, क्लियर है? सो दिस इज द एक्सपैंड फॉर्म ऑफ दिस, वेरी इजी, वेरी 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 इजी, ओके? सो एग्जाम्पल नंबर 19 ਅਸੀਂ ਕਰ ਲਿਆ। तो एग्जाम्पल नंबर 20 भी तुसी कर सकते हो, वेरी सिंपल। एग्जाम्पल नंबर 20 ऑफ की है 4a minus 2b and minus 3c ਦਾ ਸਕੁਅਰ। देखो बच्चों ਹੁਣ ਇੱਥੇ ਮਾਈਨਸ ਦੇਖ ਕੇ ਡਰਨਾ ਨਹੀਂ ਹੈ ਕਿ ਇੱਥੇ ਮਾਈਨਸ ਆ ਗਿਆ, ਆਪਾਂ ਇੱਥੇ ਵੀ ਇਹੋ ਹੀ ਲਗਾ ਸਕਦੇ ਆ। ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਇਹਨੂੰ ਆਪਾਂ ਲਿਖ ਸਕਦੇ ਆ। ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਆ 4a, ਇੱਥੇ ਪਲੱਸ ਚਾਹੀਦਾ ਤਾਂ ਆਪਾਂ ਪਲੱਸ ਬਣਾ ਲਿਆ, ਇਹਨੂੰ ਕਰ ਦੋ -2b ਅੰਦਰ ਰੱਖ ਲਓ ਬ੍ਰੈਕਟ 'ਚ, ਇੱਥੇ ਵੀ ਪਲੱਸ ਲਗਾ ਲਓ, ਇਹਨੂੰ ਅੰਦਰ ਰੱਖ ਲਓ और आ गया स्क्वायर। ਹੁਣ देखो ਇਹ सेम इस तरह ਦੀ ਬਣ ਗਈ, ਇੱਥੇ ਪਲੱਸ ਚਾਹੀਦਾ, ਇੱਥੇ ਪਲੱਸ ਚਾਹੀਦਾ, ਪਲੱਸ ਪਲੱਸ ਲਗਾ ਲਿਆ, क्योंकि प्लस माइनस माइनस है, प्लस माइनस माइनस कोई फर्क नहीं पेगा। पर ਹੁਣ ਤੁਸੀਂ ਇੱਥੇ ਧਿਆਨ ਰੱਖਣਾ ਜਦੋਂ ਤੁਸੀਂ ਲੈ ਕੇ ਚੱਲੋਗੇ ਸਰਕਲ ਨੂੰ, ਜਿਹੜਾ ਤੁਸੀਂ ਸਰਕਲ ਬਣਾਉਣਾ 4a 2b ਤੇ 3c, ਇੱਥੇ ਹੁਣ ਮਾਈਨਸ ਲੈ ਕੇ ਚੱਲੋਗੇ क्योंकि 2b ਤੁਸੀਂ ਮਾਈਨਸ ਲੈ ਕੇ ਚੱਲੇ ਹੋ, 3c ਵੀ ਤੁਸੀਂ ਮਾਈਨਸ ਲੈ ਕੇ ਚੱਲੇ ਹੋ, क्लियर? चलो सर्कल लेके चलोगे। हाँ जी बच्चे, फर्स्ट टर्म का स्क्वायर करोगे की बनेगा 4a स्क्वायर, दूसरी टर्म की है -2b स्क्वायर, थर्ड टर्म की है -3c स्क्वायर प्लस 2 फर्स्ट टर्म केड़ी है ताड़ी 4 2b ना जा रही है, क्लियर? 4 कितना जा रही है -2b ना, इन्हें ब्रैकेट च रख के चलो, गलती ना करना, ऐड ना कर देना, क्लियर? फिर उसके बाद +2 फिर कितना जा रहा है
-2b कितना जा रही है -3c नाल ते प्लस लास्ट ते 2 मल्टीप्लाई बाय -3c कितना जा रहा है 4a नाल। क्लियर है बच्चे? सर्कल इस तरह चलाना है, तुम जिस तरह मर्जी चला दो पर इस तरह चलाओ इनू क्लॉकवाइज। उस तो बाद सोल्व करोगे बच्चे, देखो की बनेगा 4 नू डबल करोगे 16a स्क्वायर प्लस माइनस दो बारी जो माइनस तो स्केयर करते हैं वो हमेशा पॉजिटिव हो जाता है, सो इतने पॉजिटिव आएगा 4b स्क्वायर इतने कितना बनेगा 9c स्क्वायर प्लस हम देखो इतने साढ़े को एक नेगेटिव है, एक नेगेटिव का साइन इट मींस नेगेटिव ही रहेगा सारा, एक नेगेटिव है। क्लियर? नेगेटिव कटिया नहीं आएगा किसी ना। माइनस 2 4 जा 8 8 2 जा 16 16ab a और b है। क्लियर है? ਹੁਣ ਇੱਥੇ ਦੋ ਸਾਈਨ ਨੈਗੇਟਿਵ ਆ ਗਏ, ਇਟ ਮੀਨਸ ਆ ਪੋਜ਼ਿਟਿਵ ਚੱਲ ਜਾਣਾ। 2 2 ਦਾ 4 4 3 ਦਾ 12 12bc ਇੱਥੇ ਇੱਕੋ ਹੀ ਨੈਗੇਟਿਵ ਹੈ ਇਸ ਕਰਕੇ ਇੱਥੇ ਮਾਈਨਸ ਰਹੇਗਾ 6 6 24 24ac। so this was your example number 20. easy, very easy. clear? so ਬੱਚੇ ਇਸੇ ਤਰ੍ਹਾਂ example number 21 ਵੀ ਤੁਸੀਂ फैक्टराइज कर सकते हो यूजिंग दिस सिमिलर सिचुएशन, ओके, सिमिलर आइडेंटिटी। एग्जांपल नंबर 21, एग्जांपल नंबर 21 की कह रही है बच्चे, ध्यान ना दो, हाँ ध्यान देखो। फैक्टराइज 4x स्क्वायर प्लस वाई स्क्वायर प्लस जेड स्क्वायर माइनस 4xy माइनस 2yz प्लस 4xz। बच्चे ध्यान ना क्वेश्चन समझियो। क्लियर? ਇਹ ਤੁਹਾਨੂੰ ਐਕਚੁਅਲ ਦੇ ਵਿੱਚ ਆਹ ਜਿਹੜੀ ਚੀਜ਼ ਹੈ ਨਾ ਇਹ ਤੁਹਾਨੂੰ ਇਹ ਦਿੱਤੀ ਹੋਈ ਹੈ ਵਾਲੀ, ਤੇ ਤੁਸੀਂ ਇਹਨੂੰ ਇਸ ਤਰ੍ਹਾਂ ਬਣਾਉਣਾ। ਕਲੀਅਰ? ਦੇਖੋ 1 2 3 4 5 6 6 ਟਰਮਸ ਦਿੱਤੇ ਨੇ, 6 ਟਰਮਸ ਵਿੱਚ ਨੇ। फिर भी सारी चीज ਤੁਹਾਨੂੰ ਦਿੱਤੀ ਹੋਈ ਹੈ, ਤੁਸੀਂ ਇਹਨੂੰ ਇਸ ਤਰੀਕੇ ਨਾਲ ਲਿਖਣਾ ਹੈ। ਇੱਥੇ ਇੱਕ ਗੱਲ ਯਾਦ ਰੱਖਣਾ ਕਿਉਂਕਿ ਇੱਥੇ ਮਾਈਨਸ ਵੀ ਵਿੱਚ ਆ ਰਿਹਾ, ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਟਰਮ ਮਾਈਨਸ ਹੈ ਕਿਹੜੀ ਟਰਮ ਪਲੱਸ ਹੈ, ਕਿਹੜੀ ਟਰਮ ਮਾਈਨਸ ਹੈ ਕਿਹੜੀ ਟਰਮ ਪਲੱਸ ਹੈ, ਇਹ ਤੁਹਾਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ। ਕਲੀਅਰ? ਇਹਨੂੰ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਿ ਕਿਸ ਤਰੀਕੇ ਦੇ ਨਾਲ ਪਤਾ ਲੱਗੇਗਾ ਕਿ ਕਿਹੜਾ ਨੈਗੇਟਿਵ ਹੈ, ਕਿਉਂਕਿ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਬਣਨਾ ਵਾ 2 ਇੱਥੇ 2x ਆ ਨਾ 2x y and z, ਪਹਿਲਾਂ ਤੇ 2x ਬਣੇਗਾ 2x ਬਣੇਗਾ ਕਿਉਂਕਿ ਸਕੁਅਰ ਹੋਇਆ ਨਾ ਇਹਦਾ 2x and y and z y and z। ਹੁਣ ਇਹਦੇ ਵਿੱਚੋਂ ਕਿੱਥੇ ਸਾਈਨ ਨੈਗੇਟਿਵ ਆਣਾ ਕਿੱਥੇ ਪੋਜ਼ਿਟਿਵ ਆਣਾ ਉਹ ਧਿਆਨ ਰੱਖਣਾ ਜ਼ਰੂਰੀ ਹੈ, ਤਦੇ ਤੇ ਨੈਗੇਟਿਵ ਇੱਥੇ ਆ ਰਹੇ ਨੇ ਆਪਣੇ ਨੂੰ ਤਾਂ ਲੱਗਦੇ ਨਹੀਂ ਪਏ। ਕਲੀਅਰ? ਇੱਥੇ ਕੋਈ ਹੈਗਾ ਉਹ ਚੀਜ਼ ਨੂੰ ਆਪਾਂ ਸੈੱਟ ਕਰਨਾ ਕਿਸ ਤਰੀਕੇ ਦੇ ਨਾਲ ਆਪਾਂ ਲਿਖ ਸਕਦੇ ਹਾਂ। ਕਲੀਅਰ? ਸਭ ਤੋਂ ਪਹਿਲਾਂ ਅਸੀਂ ਇੱਥੇ ਦੇਖਦੇ ਹਾਂ x ਔਰ y ਨੈਗੇਟਿਵ ਆ, x ਔਰ y ਦੇ ਨਾਲ ਨੈਗੇਟਿਵ ਲੱਗਾ ਹੈ, ਸੌਰੀ x ਔਰ y ਦੇ ਨਾਲ ਨੈਗੇਟਿਵ ਆ। ਹੁਣ ਇਹਦੇ ਵਿੱਚ ਹੋ ਸਕਦਾ ਹੈ कि या तो x नेगेटिव है तो या तो y नेगेटिव, दोनों च एक नेगेटिव होएगा। क्यों? ध्यान दे जरा, क्यों? क्योंकि जो दोनों नेगेटिव होंगे तो फिर प्लस का साइन होना। जे x भी नेगेटिव होंदा और y भी नेगेटिव होंदा तो माइनस माइनस की होने सी कट्टे जाने, तो फिर इतने पॉजिटिव होना चाहिए है ना। इट मींस या तो x नेगेटिव है तो या तो y नेगेटिव, दोनों च एक नेगेटिव है। क्लियर है? दोनों च एक नेगेटिव है। ओके, इतने ध्यान दो। ਹੁਣ ਇੱਥੇ ਵੀ ਨੈਗੇਟਿਵ ਆ ਰਿਹਾ, ਇੱਥੇ ਵੀ ਨੈਗੇਟਿਵ ਆ ਰਿਹਾ। ਹੁਣ ਇੱਥੇ ਕੀ ਕਹਿ ਨੈਗੇਟਿਵ ਕਿਉਂ ਆ ਰਿਹਾ? ਇੱਥੇ ਜਾਂ ਤਾਂ y ਨੈਗੇਟਿਵ ਹੈ, ਪਹਿਲੇ ਕੇਸ ਕੀ ਸੀ ਸਾਡੇ ਕੋਲ x ਜਾਂ y ਦੋਨੋਂ ਨੈਗੇਟਿਵ ਹੈ, ਦੋਨੋਂ ਨੈਗੇਟਿਵ ਹੈ और है। क्लियर? ਜਾਂ ਤੇ x ਨੈਗੇਟਿਵ ਹੈ ਜਾਂ y ਨੈਗੇਟਿਵ ਹੈ। क्लियर? ਦੂਜੇ ਕੇਸ ਕੀ ਆ ਰਿਹਾ ਮੇਰੇ ਕੋ y and z, ਹੁਣ ਇੱਥੇ ਵੀ ਨੈਗੇਟਿਵ ਦਾ ਸਾਈਨ ਆ ਰਿਹਾ, ਇਟ ਮੀਨਸ ਇੱਥੇ ਕੀ ਆ ਰਿਹਾ ਜਾਂ ਤਾਂ y ਨੈਗੇਟਿਵ ਹੈ ਜਾਂ ਤਾਂ z ਨੈਗੇਟਿਵ ਹੈ। थर्ड केस ਦੇ ਵਿੱਚ x और y, ਹੁਣ ਇੱਥੇ x और z ਹੈ, x और z दोनों x और z ਕੀ ਹੋ ਸਕਦੇ ਨੇ? ਦੋਨੋਂ 네ਗੇਟਿਵ ਹੋ ਸਕਦੇ, ਦੋਨੋਂ ਪੋਜ਼ਿਟਿਵ ਹੋ ਸਕਦੇ ਆ, ਦੋਨੋਂ 네ਗੇਟਿਵ ਵੀ ਹੋ ਸਕਦੇ ਆ। x और z ਪੋਜ਼ਿਟਿਵ ਵੀ ਹੋ ਸਕਦੇ ਆ और x और z 네ਗੇਟਿਵ ਵੀ ਹੋ ਸਕਦੇ ਆ, ਕਿਉਂਕਿ ਜੇ 네ਗੇਟਿਵ ਹੋਣਗੇ ਦੋਨੋਂ ਤੇ ਮਾਈਨਸ ਮਾਈਨਸ ਕੱਟੇ ਜਾਣਗੇ, ਪੋਜ਼ਿਟਿਵ ਹੈ ਤਾਂ ਫਿਰ ਪੋਜ਼ਿਟਿਵ ਹੀ ਹੈ। ਕਲੀਅਰ? ਹੁਣ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਕਿ ਇਹਦੇ ਵਿੱਚੋਂ ਕਿਹੜੀ ਕੰਡੀਸ਼ਨ ਅਸੀਂ ਲਗਾ ਸਕਦੇ ਆ ਜਿੰਨਾ ਚੀਜ਼ ਸੈਟੀਸਫਾਈ ਹੋਏ। ਕਲੀਅਰ ਹੈ? ਹੁਣ ਇੱਥੇ ਗੱਲ ਦਾ ਧਿਆਨ ਦਿਓ। ਹੁਣ ਦੇਖੋ ਇੱਥੇ ਨੈਗੇਟਿਵ ਆਉਂਦਾ ਪਿਆ ਸੀ, ਇੱਥੇ ਵੀ ਨੈਗੇਟਿਵ ਆਉਂਦਾ ਪਿਆ ਸੀ। ਕਲੀਅਰ? ਇੱਥੇ ਆਪਾਂ ਦੋਨੋਂ ਕੇਸ ਕਿਹਾ ਕਿ y ਨੈਗੇਟਿਵ ਆ, ਇੱਥੇ ਦੋਨੋਂ y ਨੈਗੇਟਿਵ, ਆਪਾਂ ਲੈ ਕੇ ਚੱਲਦੇ y ਨੈਗੇਟਿਵ ਆ,
y क्यों नैगेटिव आ क्लियर क्योंकि जेकर y पॉजिटिव होवे ਤੇ ਫਿਰ ਸਾਡੇ ਕੋਲ z ਨੈਗੇਟਿਵ ਹੋਣਾ ਚਾਹੀਦਾ ਫਿਰ ਸਾਡੇ ਕੋਲ z ਨੈਗੇਟਿਵ ਹੋਣਾ ਚਾਹੀਦਾ ਜੇ z ਨੈਗੇਟਿਵ ਹੋ ਗਿਆ ਉਧਰੋਂ ਆਪਾਂ x ਪੋਜ਼ਿਟਿਵ ਲੈ ਰਹੇ ਹਾਂ ਤੇ ਗੱਲ ਨਹੀਂ ਬਣਨੀ ਕਲੀਅਰ ਹੁਣ ਇੱਥੇ ਤੁਸੀਂ ਲੈ ਕੇ ਚੱਲਣਾ ਕਿਉਂਕਿ ਦੋਨੋਂ ਚ ਇੱਕ ਚੀਜ਼ ਹੋਣੀ ਹੈ ਹੁਣ ਇੱਥੇ ਵੀ ਨੈਗੇਟਿਵ ਆ ਰਿਹਾ ਸਾਈਨ ਇੱਥੇ ਵੀ ਨੈਗੇਟਿਵ ਆ ਰਿਹਾ ਉਹ ਜਿੱਥੇ ਜਿੱਥੇ ਨੈਗੇਟਿਵ ਆ ਰਿਹਾ ਉੱਥੇ ਤਾਂ y ਹੈਗਾ ਜਿੱਥੇ ਤੇ ਆ ਰਿਹਾ ਨਾ ਉੱਥੇ ਦੋਨਾਂ ਚ y ਹੈਗਾ ਇਕੱਠਾ ਲਗਾਤਾਰ y ਹੈਗਾ ਕਿਉਂਕਿ ਅਗਰ x ਨੈਗੇਟਿਵ ਹੁੰਦਾ ਤੇ ਇੱਥੇ ਵੀ ਨੈਗੇਟਿਵ ਹੋਣ ਦੇ ਚਾਂਸ ਹੈਗੇ ਸੀ ਜੇ z ਨੈਗੇਟਿਵ ਹੁੰਦਾ ਜੇ x ਪੋਜ਼ਿਟਿਵ ਹੁੰਦਾ ਤੇ ਫਿਰ ਵੀ ਇੱਥੇ ਹੀ ਸੋ ਇੱਥੇ ਕਨਕਲੂਜਨ ਤੁਸੀਂ ਕੀ ਕੱਢੋਗੇ ਅਸੀਂ y ਨੂੰ ਨੈਗੇਟਿਵ ਲੈ ਕੇ ਚੱਲਦੇ ਆ ਅਸੀਂ y ਨੂੰ ਇੱਕ ਨੂੰ ਨੈਗੇਟਿਵ ਲੈ ਕੇ ਚੱਲਦੇ y ਨੂੰ ਅਗਰ ਤੁਸੀਂ y ਨੂੰ ਨੈਗੇਟਿਵ ਲੈ ਕੇ ਚੱਲੋਗੇ 2x ਪਾਵਰ 2 ਆ ਗਈ ਪਲੱਸ y ਪਾਵਰ 2 ਆ ਗਈ ਕਿਉਂਕਿ ਇੱਥੇ ਪੋਜ਼ਿਟਿਵ ਬਣੇਗਾ प्लस z पावर 2 आ गई प्लस ऐसे तो प्लस करोगे 2x x ਨੂੰ ਪੋਜ਼ਿਟਿਵ ਲੈ ਕੇ ਚੱਲਿਓ ਠੀਕ ਹੈ ਇੱਥੇ ਪਹਿਲਾ ਫਸਟ ਕੀ ਹੈ 2x ਫਿਰ ਉਸ ਤੋਂ ਬਾਅਦ y ਕੀ ਲੈਣਾ ਮਾਈਨਸ ਕਲੀਅਰ ਫਿਰ ਉਸ ਤੋਂ ਬਾਅਦ ਚਲੋ ਦੂਸਰਾ ਲਿਖੋ 2x ਸਕੁਅਰ ਤੁਹਾਨੂੰ ਹੋਰ ਇੱਕ ਹੋਰ ਆਈਡੀਆ ਦੇ ਰਿਹਾ ਨਾਲ ਨਾਲ ਧਿਆਨ ਦਿਓ ਕਲੀਅਰ y square plus z square clear -2 पहले लगेगा नाल आएगा पहला 2x क्योंकि इतना नेगेटिव आ पॉजिटिव करो पहले इतने आप नेगेटिव बनाना नेगेटिव क्यों बनेगा जहाँ तुम इतने नेगेटिव लगाओगे x के नाल नेगेटिव लगाओगे या तुम लगाओगे y के नाल नेगेटिव मैं y के नाल नेगेटिव लैके चलदा क्लियर अगर मैं y के नाल नेगेटिव लैके चलदा प्लस फिर उस तो बाद 2 फिर y and z की है आ इट मींस y ਨੂੰ ਮੈਂ ਨੈਗੇਟਿਵ ਲੈ ਜਾਣਾ ਇੱਥੇ y ਨੈਗੇਟਿਵ ਲਗਾ ਹੀ ਲਓ ਐਂਡ z ਪੋਜ਼ਿਟਿਵ ਲੈ ਕੇ ਚੱਲਦੇ ਹੁਣ ਇੱਥੇ ਦੇਖੋ ਇਹ ਨੈਗੇਟਿਵ ਕਰਕੇ ਇੱਥੇ ਨੈਗੇਟਿਵ ਆਏਗਾ ਯੈਸ ਆਏਗਾ ਇੱਥੇ ਨੈਗੇਟਿਵ ਕਰਕੇ ਇੱਥੇ ਨੈਗੇਟਿਵ ਆਏਗਾ ਯੈਸ ਆਏਗਾ ਕਲੀਅਰ ਹੁਣ ਆ ਗਿਆ ਸਾਡੇ ਕੋਲ ਨੀਚੇ ਅੱਗੇ ਆ ਗਿਆ 2 2x ਐਂਡ z ਕਿਉਂਕਿ ਫਸਟ ਟਰਮ ਐਂਡ ਲਾਸਟ ਟਰਮ z ਹੁਣ ਇੱਥੇ ਦੇਖੋ ਇੱਥੇ ਨੈਗੇਟਿਵ ਨਹੀਂ ਬਣਨਾ ਕਿਉਂਕਿ 2x ਵੀ ਪੋਜ਼ਿਟਿਵ ਔਰ z ਵੀ ਪੋਜ਼ਿਟਿਵ ਆ ਕਲੀਅਰ ਤੁਸੀਂ ਆਪਣੇ ਮਾਈਂਡ ਨਾਲ ਸੋਚਣਾ ਤੁਹਾਨੂੰ ਦੂਜਾ ਮੈਥਡ ਪਹਿਲਾਂ ਵੀ ਦੱਸਤਾ ਔਰ ਇਹ ਵੀ ਦੱਸਤਾ ਤੁਹਾਨੂੰ ਕਿਸ ਤਰੀਕੇ ਨਾਲ ਕੋਈ ਵੀ ਤੁਸੀਂ ਲੈ ਕੇ ਚਲੋ ਹੁਣ ਦੇਖੋ ਜੇ ਤੁਸੀਂ z ਨੈਗੇਟਿਵ ਲੈ ਕੇ ਚੱਲਦੇ ਜੇ ਤੁਸੀਂ z ਲੈ ਕੇ ਨੈਗੇਟਿਵ ਲੈ ਕੇ ਚੱਲਦੇ ਔਰ y ਨੂੰ ਤੁਸੀਂ ਪੋਜ਼ਿਟਿਵ ਲੈ ਲੈਂਦੇ ਤੇ ਕੀ ਹੋਣਾ ਸੀ ਤੁਹਾਡੇ ਕੋਲ ਇਹ ਟਰਮ ਨੈਗੇਟਿਵ ਮੰਨਣੀ ਸੀ ਇਹ ਟਰਮ ਨੈਗੇਟਿਵ ਮੰਨਣੀ ਤੇ ਇੱਥੇ ਨੈਗੇਟਿਵ ਤੇ ਹੈਗਾ ਨਹੀਂ ਸਾਡੇ ਕੋਲ ਸੋ ਮੈਂ ਇੱਥੇ z ਨੂੰ ਨੈਗੇਟਿਵ ਨਹੀਂ ਲੈ ਸਕਦਾ ਮੈਂ y ਨੂੰ ਇਸ ਕਰਕੇ ਨੈਗੇਟਿਵ ਲਿਆ ਜੇ ਤੁਸੀਂ x ਨੂੰ ਨੈਗੇਟਿਵ ਲੈ ਕੇ ਚੱਲਦੇ ਤੇ ਇੱਥੇ ਫਿਰ ਨੈਗੇਟਿਵ ਮੰਨਣਾ ਸੀ ਇੱਥੇ ਵੀ ਸਾਨੂੰ ਨੈਗੇਟਿਵ ਨਹੀਂ ਚਾਹੀਦਾ ਫਿਰ ਕਲੀਅਰ ਸੋ x ਔਰ z ਨੂੰ ਮੈਂ ਜ਼ਿਆਦਾ ਪੋਜ਼ਿਟਿਵ ਲੈ ਕੇ ਚੱਲਦਾ ਹਾਂ ਜਾਂ ਮੈਂ ਨੈਗੇਟਿਵ ਲੈ ਕੇ ਚੱਲਦਾ ਕਲੀਅਰ ਹੁਣ ਇਹ ਤੁਹਾਡੇ ਕੋਲ ਕੰਡੀਸ਼ਨ ਕਿਹੜੀ ਬਣ ਗਈ ਇਹ ਤੁਹਾਡੇ ਕੋਲ ਕਲੀਅਰ ਕੱਟ ਕੰਡੀਸ਼ਨ ਹੈ ਤੁਹਾਡੇ ਕੋਲ ਇਹ ਬਣ ਗਈ ਕਲੀਅਰ ਇਹਨੂੰ ਤੁਸੀਂ ਲਿਖ ਸਕਦੇ ਹੋ x 2x y z ਸਕੁਅਰ ਕਲੀਅਰ ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹੋ ਤੁਸੀਂ ਯੈਸ ਤੁਸੀਂ ਲਿਖ ਸਕਦੇ ਹੋ ਇਸ ਤਰ੍ਹਾਂ ਕਲੀਅਰ ਦੂਸਰੀ ਕੰਡੀਸ਼ਨ ਕੀ ਹੈ ਤੁਸੀਂ ਇਹਨੂੰ ਕੀ ਇਸ ਤਰ੍ਹਾਂ ਲਿਖ ਸਕਦੇ ਹੋ ਧਿਆਨ ਦਿਓ ਹੁਣ ਜਰਾ ਹੁਣ ਇਹ ਚੀਜ਼ ਨੂੰ ਤੁਸੀਂ ਲਿਖ ਸਕਦੇ ਹੋ ਇਸ ਤਰ੍ਹਾਂ ਕਲੀਅਰ ਇਸ ਤਰ੍ਹਾਂ ਲਿਖ ਸਕਦੇ ਹੋ ਹੁਣ ਤੁਹਾਡੇ ਮਨ ਦੇ ਵਿੱਚ ਬਣਿਆ ਜਾਣਾ ਡਾਊਟ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਐਸਾ ਨਹੀਂ ਕੀਤਾ ਕਲੀਅਰ ਹੁਣ ਤੁਹਾਨੂੰ ਮੈਂ ਇੱਥੇ ਲਾਸਟ ਟਰਮ ਰੇਟ ਲੈ ਕੇ ਚੱਲਿਆ ਕਿ x ਔਰ y ਦੋਨੋਂ ਨੂੰ ਨੈਗੇਟਿਵ x ਔਰ z ਦੋਨੋਂ ਨੂੰ ਨੈਗੇਟਿਵ ਲੈ ਕੇ ਚੱਲ ਸਕਦੇ ਆਪਾਂ ਕਿਉਂਕਿ ਇੱਥੇ ਸਾਈਨ ਪੋਜ਼ਿਟਿਵ ਆ ਰਿਹਾ ਜੇ ਤੁਸੀਂ ਦੋਨੋਂ ਨੂੰ ਪੋਜ਼ਿਟਿਵ ਲੈ ਕੇ ਚੱਲਦੇ ਹੋ ਨਾ x ਤੇ z ਨੂੰ ਪੋਜ਼ਿਟਿਵ ਲੈ ਕੇ ਚੱਲਨੇ ਆ ਤੇ x ਤੋਂ z ਨੂੰ ਦੋਨੋਂ ਨੈਗੇਟਿਵ ਲੈ ਕੇ ਚੱਲੋ ਕਲੀਅਰ ਜੇ ਨੈਗੇਟਿਵ ਲੈ ਕੇ ਚੱਲੋਗੇ ਤੇ ਤੁਸੀਂ ਲਿਖੋਗੇ 2x ਪਾਵਰ 2 ਹੁਣ y ਨੂੰ ਪੋਜ਼ਿਟਿਵ ਲੈ ਕੇ ਚੱਲੋ ਕਲੀਅਰ x ਔਰ z ਨੂੰ ਤੁਸੀਂ ਨੈਗੇਟਿਵ ਲੈ ਕੇ ਚੱਲੇ ਹੋ ਔਰ y ਨੂੰ ਪੋਜ਼ਿਟਿਵ ਲੈ ਕੇ ਚੱਲੇ ਹੋ ਤੇ ਕੀ ਆਏਗਾ ਬੱਚੇ +2 - -2x ਐਂਡ y ਹੁਣ ਦੇਖੋ ਇੱਥੇ ਨੈਗੇਟਿਵ ਬਣੇਗਾ ਯੈਸ ਨੈਗੇਟਿਵ ਬਣੇਗਾ ਬਿਕੋਜ਼ ਆਫ ਦਿਸ +2 ਫਿਰ ਕੀ ਲਗਾ ਚਲੋ y and z y और z ਨੈਗੇਟਿਵ ਹਾਂਜੀ ਇਹ ਨੈਗੇਟਿਵ ਕਰਕੇ ਇੱਥੇ ਨੈਗੇਟਿਵ ਆਏਗਾ ਕਲੀਅਰ ਹੈ ਉਸ ਤੋਂ ਬਾਅਦ 2 - 2x ਐਂਡ -z ਹਾਂਜੀ ਇੱਥੇ ਪੋਜ਼ਿਟਿਵ ਬਣੇਗਾ ਯੈਸ ਪੋਜ਼ਿਟਿਵ ਬਣੇਗਾ ਕਿਉਂਕਿ ਮਾਈਨਸ ਤੋਂ ਮਾਈਨਸ ਕੱਟੇ ਜਾਣਗੇ ਕਲੀਅਰ ਸੋ ਇਹ ਸਿਚੁਏਸ਼ਨ ਕੀ ਬਣੇਗੀ ਤੁਹਾਡੇ ਕੋਲ ਇਹ ਕੰਡੀਸ਼ਨ ਕੀ ਬਣੇਗੀ -2x + y + -z बस क्लियर इनको एक्सपेंड करके लिख लो -2x + y - z एंड -2x + y - z
ਠੀਕ ਹੈ ਬੱਚੇ, ਧਿਆਨ ਦਿਓ ਜਰਾ, ਇਹਨੂੰ ਤੁਸੀਂ ਐਕਸਪੈਂਡ ਕਰਕੇ। ਪਹਿਲੀ ਕੰਡੀਸ਼ਨ ਆਪਾਂ ਕੀ ਕੀਤੀ ਸੀ, ਫੈਕਟੋਰਾਈਜ਼ ਆਪਾਂ ਕੀਤੀ ਸੀ 2x y z, ਇਹ ਲੱਗ ਚੱਲੇ ਸੀ ਸਕੁਅਰ। ਹੁਣ ਇਹਦੇ ਵਿੱਚ ਔਰ ਇਹਦੇ ਵਿੱਚ ਕੋਈ ਫਰਕ ਨਹੀਂਗਾ। ਇਟ ਮੀਨਸ ਇਹ ਕੁਐਸਚਨ ਨੂੰ ਕਰਨ ਦੇ ਦੋ ਤਰੀਕੇ ਨੇ, ਜਾਂ ਤਾਂ ਤੁਹਾਡੇ ਕੋਲ ਫੈਕਟਰਾਈਜੇਸ਼ਨ ਇਹ ਆਏਗੀ ਜਾਂ ਤੁਹਾਨੂੰ ਫੈਕਟਰਾਈਜੇਸ਼ਨ ਆਏਗੀ, ਪਰ ਫਰਕ ਕੋਈ ਨਹੀਂ ਪਏਗਾ। ਕਲੀਅਰ, ਕੋਈ ਫਰਕ ਨਹੀਂ ਪਏਗਾ ਕਿਉਂਕਿ ਕੰਡੀਸ਼ਨ ਤੁਹਾਡੀ ਬਿਲਕੁਲ ਪੂਰੀ ਇਹਦੇ ਨਾਲ ਮੈਚ ਹੋ ਰਹੀ ਹੈ, ਇਸ ਕਰਕੇ ਕੋਈ ਗੜਬੜ ਨਹੀਂ ਹੋਏਗੀ। ਕਿਉਂਕਿ ਇਹਦੇ ਵਿੱਚੋਂ ਵੀ ਅਗਰ ਇਹਨੂੰ ਚੀਜ਼ ਨੂੰ ਵਿੱਚੋਂ ਤੁਸੀਂ ਮਾਈਨਸ ਕਾਮਨ ਕੱਢੋਗੇ, ਇਹਦੇ ਵਿੱਚ ਮਾਈਨਸ ਕਾਮਨ ਕੱਢੋਗੇ, ਇਹ ਚੋਂ ਮਾਈਨਸ ਕਾਮਨ ਕੱਢੋਗੇ, ਜੋ ਮਾਈਨਸ ਬਾਹਰ ਆਏਗਾ ਤੇ ਮਾਈਨਸ ਦੀ ਪਾਵਰ ਕੀ ਹੈ 2 ਹੈ, ਇਸ ਕਰਕੇ -1 ਦੀ ਪਾਵਰ 2 ਹੋ ਜਾਣੀ ਹੈ। ਜੋ ਤੁਸੀਂ ਚੋਂ -1 ਕਾਮਨ ਕੱਢਿਆ ਤੇ ਨਹੀਂ ਕੀ ਮੰਨਣਾ -2x y z। ਕਲੀਅਰ, ਇਹ ਚੀਜ਼ ਇਸ ਤਰ੍ਹਾਂ ਦਾ ਮੰਨਣੀ ਸੇਮ। ਸੋ ਇਹ ਚੀਜ਼ ਸੋਚਣ ਵਾਸਤੇ ਤੁਸੀਂ ਕੈਪੇਬਲ ਹੈਗੇ ਹੋ। ਅਗਰ ਤੁਸੀਂ ਦਿਮਾਗ ਨਾਲ ਸੋਚੋਗੇ ਕਿ ਦੋ ਤਰੀਕੇ ਨਾਲ ਕੁਐਸਚਨ ਨਿਕਾਲਿਆ ਜਾ ਸਕਦਾ ਹੈ। ਕਲੀਅਰ, ਤੁਸੀਂ ਪਰ ਇਹ ਸਾਈਨ ਦਾ ਧਿਆਨ ਰੱਖਣਾ ਕਿ ਤੁਹਾਡਾ ਸਾਈਨ ਜੇ ਨੈਗੇਟਿਵ ਹੈ ਫਿਰ ਨੈਗੇਟਿਵ ਬਣੇ, ਤੇ ਜੇ ਪੋਜ਼ਿਟਿਵ ਹੈ ਫਿਰ ਪੋਜ਼ਿਟਿਵ ਬਣੇ। ਅੱਜ ਵਾਸਤੇ ਇੰਨਾ ਹੀ ਹੈ, ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹੜੀ ਐਕਸਰਸਾਈਜ਼ ਜਿਹੜੀ ਹੈ 2.5 ਹੈ, ਉਹਦੇ ਤੁਸੀਂ ਕਿਹੜੇ ਕੁਐਸਚਨ ਕਰ ਸਕਦੇ ਹੋ। ਬੱਚੇ ਫਸਟ ਪਾਰਟ ਤੁਸੀਂ ਕਰ ਸਕਦੇ ਹੋ ਐਕਸਰਸਾਈਜ਼ 2.5 ਦਾ, ਫਸਟ ਪਾਰਟ ਤੁਸੀਂ ਕਰ ਸਕਦੇ ਹੋ, ਸੈਕੰਡ ਪਾਰਟ ਤੁਸੀਂ ਕਰ ਸਕਦੇ ਹੋ, ਥਰਡ ਪਾਰਟ ਤੁਸੀਂ ਕਰ ਸਕਦੇ ਹੋ, ਯੈਸ ਫੋਰਥ ਪਾਰਟ ਵੀ ਤੁਸੀਂ ਕਰ ਸਕਦੇ ਹੋ, ਫਿਫਥ ਪਾਰਟ ਵੀ ਤੁਸੀਂ ਕਰ ਸਕਦੇ ਹੋ, ਯੈਸ 5 ਪਾਰਟ। ਐਕਸਰਸਾਈਜ਼ 2.5 ਦੇ 5 ਫਸਟ 5 ਪਾਰਟ ਤੁਸੀਂ ਕਰ ਸਕਦੇ ਹੋ। ਕੁਐਸਚਨ ਫਸਟ 5 ਕੁਐਸਚਨ ਤੁਸੀਂ ਕਰ ਸਕਦੇ ਹੋ, ਉਹ 'ਚ ਕੋਈ ਤੁਹਾਨੂੰ ਦਿੱਕਤ ਨਹੀਂ ਆਏਗੀ। ਨੈਕਸਟ ਲੈਕਚਰ ਦੇ ਵਿੱਚ ਅੱਗੇ ਅਸੀਂ ਕਿਊਬਿਕ ਆਇਡੈਂਟੀ ਬਾਰੇ ਗੱਲ ਕਰਾਂਗੇ, ਕਿਊਬਿਕ ਆਇਡੈਂਟੀ ਬਾਰੇ। ਓਕੇ, ਸੋ ਵਿਦ ਦਿਸ ਥੈਂਕ ਯੂ ਵੈਰੀ ਮਚ।